ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ। ਤੁਹਾਡਾ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ ਸਮਾਂ ਕੱਢਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ ਅਤੇ ਉਹਦੇ ਵਚਨ ਵਿੱਚ ਵਧਣਾ ਚਾਹੁੰਦੇ ਹੋ। ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਪਰਮੇਸ਼ਰ ਦੇ ਲਈ ਬਹੁਤ ਬੇਸ਼ਕੀਮਤੀ ਹੋ। ਪਰਮੇਸ਼ਰ ਨੂੰ ਤੁਹਾਡੀ ਕਦਰ ਹੈ ਅਤੇ ਉਹਦੀ ਤੁਹਾਡੇ ਲਈ ਇੱਕ ਯੋਜਨਾ ਹੈ। ਦੋਸਤੋ, ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਆਪਣੇ ਮੁੱਲ ਨੂੰ ਪਛਾਣੋ। ਦੋਸਤੋ, ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਇਹੋ ਮਕਸਦ ਹੈ ਕਿ ਅਸੀਂ ਤੁਹਾਨੂੰ ਤੁਹਾਡੇ ਨਾਲ ਜਾਣ ਪਛਾਣ ਕਰਵਾ ਸਕੀਏ ਅਤੇ ਤੁਸੀਂ ਜਾਣ ਸਕੋ ਕਿ ਤੁਸੀਂ ਪਰਮੇਸ਼ਰ ਦੇ ਲਈ ਕਿੰਨੇ ਮਹੱਤਵਪੂਰਨ ਹੋ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਈਬਲ ਧਰਮ ਸ਼ਾਸਤਰ ਵਿੱਚੋਂ ਨਵੇਂ ਨਿਯਮ ਦੇ ਵਿੱਚੋਂ ਮੱਤੀ ਦੀ ਅੰਜੀਲ ਉਸਦੇ 5 ਅਧਿਆਇ ਦੀ 13 ਆਇਤ ਤੋਂ ਲੈ ਕੇ 16 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਨਾ ਹੈ। ਇਹਨਾਂ ਆਇਤਾਂ ਵਿੱਚ ਬਾਈਬਲ ਦੱਸਦੀ ਹੈ ਕਿ ਤੁਸੀਂ ਇਸ ਧਰਤੀ ਦੇ ਲੂਣ ਹੋ। ਬਾਈਬਲ ਇਹ ਵੀ ਦੱਸਦੀ ਹੈ ਕਿ ਤੁਸੀਂ ਇਸ ਜਗਤ ਦੇ ਚਾਨਣ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲੂਣ ਬਾਰੇ ਗੌਰ ਕਰਾਂਗੇ। ਤਾਂ ਫਿਰ ਦੋਸਤੋ, ਕੀ ਤੁਸੀਂ ਤਿਆਰ ਹੋ ਅੱਜ ਦੇ ਅਧਿਐਨ ਦੇ ਲਈ? ਤਾਂ ਫਿਰ ਆਓ ਦੇਰ ਨਾ ਕਰੀਏ, ਚੱਲਦੇ ਹਾਂ ਡਾਕਟਰ ਡੇਵਿਡ ਜਰਮਾਇਆ ਕੋਲ ਅੱਜ ਦੇ ਵਚਨ ਦੇ ਲਈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਇਸ ਵਚਨ ਦੇ ਵਿੱਚ ਜਾਈਏ, ਆਓ ਆਪਣੇ ਮਨਾਂ ਨੂੰ ਤਿਆਰ ਕਰਦੇ ਹਾਂ ਇਸ ਸੁੰਦਰ ਭਜਨ ਦੇ ਨਾਲ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी लहजा तो फिर जावणगे। पाप दे कारण प्रीत ठंडी पै जाएगी, कई सेवक भी लहजा तो फिर जावणगे। ए यीशु दे ने आउण दियां निशानियां, त्यार हो
ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਬਦਲਾਂ ਦੇ ਰਾਹੀ ਯਿਸੂ ਆਉਣ ਵਾਲਾ ਏ, ਜੋ ਪਾਖੰਡ ਉਹਨਾਂ ਨੂੰ ਲੈ ਜਾਵੇਗਾ। ਬਦਲਾਂ ਦੇ ਰਾਹੀ ਯਿਸੂ ਆਉਣ ਵਾਲਾ ਏ, ਜੋ ਪਾਖੰਡ ਉਹਨਾਂ ਨੂੰ ਲੈ ਜਾਵੇਗਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। 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 ਅੱਜ ਦੇ ਅਸੀਂ ਇਸ ਪ੍ਰੋਗਰਾਮ ਵਿੱਚ ਜਗਤ ਵਿੱਚ ਲੂਣ ਅਤੇ ਚਾਨਣ ਬਾਰੇ ਮੱਤੀ 5 ਅਧਿਆਏ 13 ਵਚਨ ਤੋਂ ਲੈ ਕੇ 16 ਵਚਨ ਤੱਕ ਗੌਰ ਕਰਾਂਗੇ। ਨੰਬਰ 1, ਬਚਾਏ ਜਾਣ ਦੀ ਸੇਵਕਾਈ। ਨੰਬਰ 2, ਜੋਤੀ ਦੀ ਸੇਵਕਾਈ। ਭਾਗ ਊੜਾ, ਜੋਤੀ ਦੀ ਪ੍ਰਧਾਨਤਾ। ਭਾਗ ਐੜਾ, ਜੋਤੀ ਦੀ ਯੋਜਨਾ। ਭਾਗ ਈੜੀ, ਜੋਤੀ ਦਾ ਮੁੱਲ। ਭਾਗ ਸੱਸਾ, ਜੋਤੀ ਦਾ ਵਿਗਾੜ। ਭਾਗ ਹਾਹਾ, ਜੋਤੀ ਦੀ ਮਹਿਮਾ। ਮੱਤੀ 5 ਅਧਿਆਏ 13 ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਧਰਤੀ ਦੇ ਲੂਣ ਹੋ। 14 ਐਤ ਵਿੱਚ ਉਸ ਨੇ ਆਖਿਆ, ਤੁਸੀਂ ਜਗਤ ਦੇ ਚਾਨਣ ਹੋ। ਲੂਣ ਅਤੇ ਚਾਨਣ ਅੱਜ ਦੇ ਦਿਨਾਂ ਵਿੱਚ ਤੁਹਾਡੇ ਵਿੱਚੋਂ ਕਿੰਨੇ ਕੁ ਲੋਕਾਂ ਨੇ ਇਹ ਗੱਲ ਸੁਣੀ ਹੈ? ਇਸ ਲਈ ਕਿ ਤੁਸੀਂ ਇੱਕ ਮਸੀਹੀ ਹੋ। ਠੀਕ ਹੈ, ਇਹ ਗੱਲ ਸੱਚ ਹੈ, ਪਰ ਇਹ ਗੱਲ ਤੁਸੀਂ ਆਪਣੇ ਤੱਕ ਹੀ ਰੱਖੋ। ਤੁਹਾਡੇ ਕੋਲ ਵਿਸ਼ਵਾਸ ਹੈ, ਬਹੁਤ ਅੱਛੀ ਗੱਲ ਹੈ, ਪਰ ਤੁਸੀਂ ਇਸ ਨੂੰ ਬਾਹਰ ਪ੍ਰਗਟ ਨਾ ਕਰੋ। ਕੀ ਤੁਸੀਂ ਉਹਨਾਂ ਵਿੱਚੋਂ ਇੱਕ ਹੋ? ਤੁਸੀਂ ਮਸੀਹ ਨੂੰ ਜਾਣਦੇ ਹੋ? ਅੱਜ ਦੇ ਸਕੂਲ ਬੋਰਡ ਵਿੱਚ ਅਸੀਂ ਇਹ ਗੱਲ ਸੁਣਨਾ ਪਸੰਦ ਨਹੀਂ ਕਰਦੇ। ਤੁਹਾਡਾ ਵਿਸ਼ਵਾਸ ਤੁਹਾਡਾ ਆਪਣਾ ਹੈ। ਇਸ ਨੂੰ ਜੀਵਨ ਦੀਆਂ ਦੂਜੀਆਂ ਗੱਲਾਂ ਵਿੱਚ ਨਾ ਲਿਆਓ। ਇਸ ਬਾਰੇ ਲੋਕਾਂ ਨਾਲ ਗੱਲਬਾਤ ਨਾ ਕਰੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਉਹ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਵਿਸ਼ਵਾਸ ਲੋਕਾਂ ਲਈ ਨਹੀਂ ਹੈ। ਵਿਸ਼ਵਾਸ ਆਪਣਾ ਨਿੱਜੀ ਹੁੰਦਾ ਹੈ। ਇਹ ਸੰਸਾਰ ਲਈ ਇੱਕ ਵੱਡਾ ਸੰਦੇਸ਼ ਹੈ, ਖਾਸ ਕਰਕੇ ਮਸੀਹਾਂ ਲਈ। ਤੁਹਾਨੂੰ ਆਪਣੇ ਲਈ ਵਿਸ਼ਵਾਸ ਚਾਹੀਦਾ ਹੈ। ਅੱਗੇ ਵਧੋ, ਪਰ ਆਪਣੇ ਤੱਕ ਹੀ ਰੱਖੋ। ਸਾਨੂੰ ਜੀਵਨ ਵਿੱਚ ਇੱਕ ਖਾਸ ਡਰਾਮਣੀ ਗੱਲ ਨੂੰ ਸਮਝਣਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਨਿੱਜੀ ਤਰੀਕੇ ਨਾਲ ਬਤੀਤ ਕਰੀਏ। ਮੈਂ ਪਰਮੇਸ਼ਰ ਦੇ ਵਚਨ ਨਾਲ ਬਹੁਤ ਪ੍ਰਭਾਵਿਤ ਹਾਂ, ਕਿਉਂਕਿ ਪਰਮੇਸ਼ਰ ਸਾਨੂੰ ਤਿਰਛੀ ਗਲੀ ਵਿੱਚ ਨਹੀਂ ਜਾਣ ਦਿੰਦਾ। ਪਰਮੇਸ਼ਰ ਦਾ ਵਚਨ ਸਾਨੂੰ ਜਾਲ ਵਿੱਚ ਫਸਣ ਨਹੀਂ ਦਿੰਦਾ, ਕਿਉਂਕਿ ਯਿਸੂ ਸਾਨੂੰ ਇੱਕ ਅਲੱਗ ਤਰੀਕੇ ਦਾ ਮਨੁੱਖ ਬਣਾਉਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਉਹ ਮਨੁੱਖ ਬਣੀਏ ਜੋ ਸੰਸਾਰ ਬਣਾਉਣਾ ਚਾਹੁੰਦਾ ਹੈ। ਸਾਡੇ ਜੀਵਨ ਸ਼ੈਲੀ ਦੀ ਅਨੋਖੀ ਸਿੱਖਿਆ ਦੇਣ ਲਈ ਯਿਸੂ ਨੇ ਆਖਿਆ, ਤੁਸੀਂ ਧਰਤੀ ਦੇ ਲੂਣ ਹੋ ਅਤੇ ਤੁਸੀਂ ਜਗਤ ਦੇ ਚਾਨਣ ਹੋ। ਆਓ ਵੇਖੀਏ ਮੱਤੀ 5 ਅਧਿਆਏ 13 ਵਚਨ ਕੀ ਆਖਦਾ ਹੈ। 13 ਵਚਨ, ਤੁਸੀਂ ਧਰਤੀ ਦੇ ਲੂਣ ਹੋ। ਜੇ ਲੂਣ ਬੇਸਵਾਦਾ ਹੋ ਜਾਵੇ ਤਾਂ ਕਿਸ ਵਿਧ ਸਲੂਣਾ ਕੀਤਾ ਜਾਵੇਗਾ? ਉਹ ਫਿਰ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਜਾਏ ਅਤੇ ਮਨੁੱਖਾਂ ਦੇ ਪੈਰਾਂ ਹੇਠਾਂ ਮਿੱਥਿਆ ਜਾਏ। 14 ਐਤ, ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ। 15 ਐਤ, ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠਾਂ ਨਹੀਂ ਸਗੋਂ ਦੀਪ ਟੁੱਟੇ ਰੱਖਦੇ ਹਨ, ਤਾਂ ਉਹ ਉਹਨਾਂ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। 16 ਐਤ, ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ ਉਹਦੀ ਵਡਿਆਈ ਕਰਨ। ਦੂਸਰੇ ਸ਼ਬਦਾਂ ਵਿੱਚ ਯਿਸੂ ਨੇ ਸਾਨੂੰ ਇਹ ਆਖਿਆ ਕਿ ਅਸੀਂ ਆਪਣੇ ਨਿੱਜੀ ਤਰੀਕੇ ਨਾਲ ਮਸੀਹ ਨਹੀਂ ਹੋ ਸਕਦੇ। ਸਾਡਾ ਮਸੀਹ ਜੀਵਨ ਲੋਕਾਂ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ, ਤਾਂ ਕਿ ਲੋਕ ਇਸ ਨੂੰ ਵੇਖ ਸਕਣ ਅਤੇ ਮਹਿਸੂਸ ਕਰ ਸਕਣ। 18ਵੀਂ ਸਦੀ ਵਿੱਚ ਜੌਨ ਵੈਸਲੇ ਇੱਕ ਵੱਡਾ ਮਨੁੱਖ ਲੂਣ ਅਤੇ ਚਾਨਣ ਸੀ। ਉਸ ਨੇ ਘੋੜੇ ਤੇ ਬੈਠ ਕੇ 2,50,000 ਮੀਲ ਦੀ ਯਾਤਰਾ ਕੀਤੀ ਅਤੇ ਇੰਗਲੈਂਡ, ਸਕਾਟਲੈਂਡ ਅਤੇ ਵੇਲਸ ਦੀ ਯਾਤਰਾ ਕੀਤੀ ਅਤੇ 40,000 ਸੰਦੇਸ਼ਾਂ ਦੇ ਦੁਆਰਾ ਲੋਕਾਂ ਨੂੰ ਸਿੱਖਿਆ ਦਿੱਤੀ।
ਜੋ ਸਿੱਖਿਆ ਅਸੀਂ ਲੂਣ ਅਤੇ ਚਾਨਣ ਦੇ ਬਾਰੇ ਸਿੱਖਿਆ, ਉਸੇ ਤਰ੍ਹਾਂ ਵੈਸਲੇ ਨੇ ਆਖਿਆ, ਮੈਂ ਕੋਸ਼ਿਸ਼ ਕਰਾਂਗਾ ਕਿ ਵਿਖਾ ਸਕਾਂ ਕਿ ਮਸੀਹੀਅਤ ਇੱਕ ਮਿਲਨਸਾਰ ਧਰਮ ਹੈ, ਨਾ ਕਿ ਇੱਕ ਬੇਰਾਗੀ ਧਰਮ। ਅੱਜ ਅਸੀਂ ਆਦਮੀਆਂ ਤੀਵੀਆਂ ਜੋ ਜਗਤ ਵਿੱਚ ਰਹਿ ਰਹੇ ਹਨ, ਉਹਨਾਂ ਉੱਤੇ ਇੱਕ ਸੰਸਾਰਿਕ ਦਬਾਅ ਪਾਇਆ ਜਾਂਦਾ ਹੈ ਕਿ ਉਹ ਮਸੀਹਤ ਨੂੰ ਆਪਣੇ ਆਪ ਵਿੱਚ ਇਕੱਲਾ ਰਹਿਣ ਵਾਲਾ ਧਰਮ ਬਣਾ ਲੈਣ। ਡੌਗ ਬੈਸਟਰ ਇੱਕ ਪ੍ਰਕਾਰ ਦੇ ਨਿੱਜੀ ਧਰਮ ਬਣਨ ਦੇ 4 ਕਾਰਨ ਦੱਸਦਾ ਹੈ। ਇਹ ਅੱਜ ਦੀ ਸੱਭਿਅਤਾ ਦਾ ਇੱਕ ਨਵਾਂ ਤਰੀਕਾ ਹੈ ਜੋ ਜ਼ੋਰ ਪਕੜ ਰਿਹਾ ਹੈ, ਅਤੇ ਇਹ ਉਸ ਦਿਸ਼ਾ ਵੱਲ ਜਾ ਰਿਹਾ ਹੈ ਜਾਂ ਸਾਡੇ ਲਈ ਜੋ ਪਰਮੇਸ਼ਰ ਦੇ ਬੱਚੇ ਹਾਂ, ਆਪਣੇ ਵਿਸ਼ਵਾਸ ਦੇ ਬਾਰੇ ਮੂੰਹ ਖੋਲ੍ਹਣਾ ਔਖਾ ਹੋ ਜਾਵੇਗਾ ਜੇ ਅਸੀਂ ਹੁਣੇ ਹੀ ਚੇਤਨ ਨਾ ਹੋਏ। ਕੁਝ ਲੋਕਾਂ ਨੇ ਡੌਗ ਬੈਸਟਰ ਨੂੰ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਤਾਂ ਉਸ ਨੇ ਆਖਿਆ 4 ਕਾਰਨ ਹਨ। ਸਭ ਤੋਂ ਪਹਿਲਾਂ ਸ਼ਿਲਪ ਵਿਗਿਆਨ, ਵਿਕਰੀ ਬੱਟਾ, ਬਾਜ਼ਾਰ, ਪ੍ਰਚਾਰ ਪ੍ਰਸਾਰ ਨੇ ਜੀਵਨ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਕੈਦ ਕਰ ਦਿੱਤਾ ਹੈ। ਇੱਕ ਆਦਮੀ ਜੋ ਪਰਮੇਸ਼ਰ ਦੇ ਬਾਰੇ ਵਿਸ਼ਵਾਸ ਕਰਦਾ ਹੈ, ਪਰ ਉਸ ਦੀ ਪੜ੍ਹਾਈ, ਨੌਕਰੀ ਦੀ ਤਲਾਸ਼ ਜੀਵਨ ਜਿਉਣ ਨਾਲ ਕੋਈ ਸੰਬੰਧ ਨਹੀਂ ਰੱਖਦਾ, ਅਤੇ ਬਹੁਤ ਸਾਰੇ ਮਸੀਹ ਇਸੇ ਤਰ੍ਹਾਂ ਆਪਣੇ ਨਿੱਜੀ ਧਾਰਮਿਕ ਵਿਚਾਰਾਂ ਨਾਲ ਆਪਣੇ ਪਤੀ ਪਤਨੀ ਦੀ ਚੋਣ ਕਰਨ ਵਿੱਚ ਕੋਈ ਮਹੱਤਤਾ ਨਹੀਂ ਦਿੰਦੇ। ਅੱਜ ਧਰਮ ਨਿਰਪੇਖਤਾ ਦੇ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਅੱਜ ਰਵੱਈਆ ਇਹ ਹੈ ਕਿ ਤੁਸੀਂ ਮਸੀਹਤ ਨੂੰ ਰੱਖ ਕੇ ਕੁਝ ਕਰਦੇ ਹੋ, ਤਾਂ ਤੁਸੀਂ ਅੱਗੇ ਹੋ ਕੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਕੇ ਸਮਝਦੇ ਹੋ ਕਿ ਸ਼ਾਦੀ ਕਰ ਲਈਏ। ਸਮਝਦੇ ਹੋ ਕਿ ਕੋਈ ਐਸੀ ਚੀਜ਼ ਨਹੀਂ ਜੋ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੀ ਹੈ, ਅਤੇ ਮਸੀਹਤ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਤੁਹਾਡੇ ਬਾਕੀ ਜੀਵਨ ਵਿੱਚ ਦਖਲ ਅੰਦਾਜ਼ੀ ਕਰੇ। ਇਸੇ ਤਰ੍ਹਾਂ ਦੀ ਵਿਚਾਰਧਾਰਾ ਅੱਜ ਸਮਾਜ ਵਿੱਚ ਹੈ। ਡੌਗ ਬੈਸਟਰ ਦੇ ਇਸ ਵਿਚਾਰ ਨੇ ਦੂਸਰਾ ਕਾਰਨ ਉਸ ਨੇ ਇਹ ਦੱਸਿਆ ਕਿ ਇੱਕ ਮਨੁੱਖ ਇਹ ਵਿਚਾਰ ਕਰਦਾ ਹੈ ਜਾਂ ਮੰਨ ਲੈਂਦਾ ਹੈ ਕਿ ਉਸ ਦੇ ਆਪਣੇ ਵਿਚਾਰ ਨਾਲ ਹੀ ਪਰਮੇਸ਼ਰ ਕੰਮ ਕਰੇਗਾ। ਇਸ ਦਾ ਤਰੀਕਾ ਹੈ, ਉਹ ਆਖਦਾ ਹੈ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਅਤੇ ਜੋ ਗਿਆਨ ਪ੍ਰਾਪਤ ਕਰਦੇ ਹੋ, ਉਹ ਹੀ ਮਾਪਿਆ ਜਾਂਦਾ ਹੈ ਅਤੇ ਵਜਨ ਰੱਖਦਾ ਹੈ। ਜਿਸ ਤਰ੍ਹਾਂ ਆਰਥਿਕ ਆંકੜੇ ਅਤੇ ਵਿਗਿਆਨਿਕ ਸੱਚਾਈ ਇੱਕ ਕਰੜਾ ਗਿਆਨ ਅਖਵਾਉਂਦਾ ਹੈ, ਪਰ ਆਤਮਿਕ ਗਿਆਨ ਇੱਕ ਨਰਮ ਗਿਆਨ ਹੁੰਦਾ ਹੈ। ਇਸ ਲਈ ਤੁਸੀਂ ਦੋਹਾਂ ਨੂੰ ਇੱਕ ਦੂਜੇ ਨਾਲ ਨਹੀਂ ਮਿਲਾ ਸਕਦੇ, ਕਿਉਂਕਿ ਦੋਹਾਂ ਦਾ ਸਤਰ ਇੱਕੋ ਜਿਹਾ ਨਹੀਂ ਹੈ। ਇਹੋ ਹੀ ਬੈਸਟਰ ਆਖਦਾ ਹੈ। ਅੱਜ ਸੰਸਾਰ ਦੀ ਇਹੋ ਹੀ ਸੋਚ ਹੈ। ਪਰਿਮਾਣ ਸੰਬੰਧੀ ਚੀਜ਼ਾਂ, ਮਾਪ ਸੰਬੰਧੀ ਚੀਜ਼ਾਂ ਅਤੇ ਉਹ ਚੀਜ਼ਾਂ ਜੋ ਤੁਸੀਂ ਧਰਮ ਨਿਰਪੇਖਤਾ ਦੇ ਮਾਹੌਲ ਵਿੱਚ ਕਰਦੇ ਹੋ, ਇਹ ਕਠੋਰ ਗਿਆਨ ਦੀਆਂ ਚੀਜ਼ਾਂ ਹਨ, ਪਰ ਧਰਮ ਇੱਕ ਨਰਮ ਗਿਆਨ ਹੈ। ਇਸ ਲਈ ਜੋ ਤੁਸੀਂ ਸੋਚਦੇ ਹੋ ਉਸ ਨੂੰ ਆਪਣੇ ਤੱਕ ਹੀ ਰੱਖੋ, ਕਿਉਂਕਿ ਇਸ ਦਾ ਕਿਸੇ ਚੀਜ਼ ਨਾਲ ਕੁਝ ਲੈਣ ਦੇਣ ਨਹੀਂ ਹੈ। ਤੀਸਰੀ ਗੱਲ ਉਹ ਆਖਦਾ ਹੈ, ਆਪਸੀ ਹਰ ਧਰਮੀ ਸੰਬੰਧਾਂ ਦਾ ਹੀ ਅੱਜ ਬੋਲਬਾਲਾ ਹੈ, ਜਿਨ੍ਹਾਂ ਦੀ ਛਾਪ ਅਨੇਕਵਾਦ, ਭਿੰਨਤਾ ਅਤੇ ਸਹਿਣਸ਼ੀਲਤਾ ਹੈ। ਇੱਕ ਗੱਲ ਜੋ ਸਹਿਣ ਨਹੀਂ ਕੀਤੀ ਜਾਏਗੀ, ਜੋ ਕੋਈ ਇਹ ਵਿਸ਼ਵਾਸ ਕਰੇ ਕਿ ਪਰਮੇਸ਼ਰ ਨੇ ਅਧਿਕਾਰ ਨਾਲ ਗੱਲਾਂ ਕੀਤੀਆਂ ਹਨ। ਹਰੇਕ ਤਰ੍ਹਾਂ ਦਾ ਵਿਸ਼ਵਾਸ ਅਤੇ ਹਰੇਕ ਤਰ੍ਹਾਂ ਦੀ ਵਿਚਾਰਧਾਰਾ ਮਨਜ਼ੂਰ ਕੀਤੀਆਂ ਜਾ ਸਕਦੀਆਂ ਹੈ, ਪਰ ਇੱਕ ਪਰਮੇਸ਼ਰ ਦਾ ਉਦਾਰ ਸੱਤ ਹੈ ਅਤੇ ਇਹ ਸਭ ਲੋਕਾਂ ਲਈ ਉਪਲਬਧ ਹੈ। ਇਸ ਨੂੰ ਅੱਜ ਸੰਸਾਰ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾ। ਅੱਜ ਭਿੰਨਤਾਵਾਂ ਅਤੇ ਅਨੇਕਵਾਦਾਂ ਤਾਂ ਇਹ ਕਹਿਣਾ ਹੈ ਕਿ ਐਸੀ ਕੋਈ ਚੀਜ਼ ਨਹੀਂ ਜੋ ਪੂਰੀ ਤਰ੍ਹਾਂ ਸੱਤ ਹੈ। ਤੁਹਾਡਾ ਸੱਤ ਉਹਨਾਂ ਹੀ ਸੱਚ ਹੈ ਜਿੰਨਾ ਮੇਰਾ ਸੱਤ ਹੈ। ਵੇਖਣ ਵਿੱਚ ਦੋਵੇਂ ਇੱਕੋ ਤੋਂ ਅੱਡ ਨਹੀਂ ਹਨ, ਪਰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਇੱਕ ਚੀਜ਼ ਜੋ ਕੋਈ ਸਹਿਣ ਨਹੀਂ ਕਰ ਸਕਦਾ ਉਹ ਹੈ ਅਸਹਿਣਸ਼ੀਲਤਾ। ਇਸ ਲਈ ਜਦ ਤੱਕ ਮੈਂ ਆਪਣੇ ਵਿਸ਼ਵਾਸ ਵਿੱਚ ਖੁਸ਼ ਹਾਂ ਅਤੇ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਹੀ ਖੁਸ਼ ਰੱਖਦਾ ਹਾਂ, ਅਤੇ ਅਸੀਂ ਆਪਣੇ ਵਿਸ਼ਵਾਸ ਦੇ ਬਾਰੇ ਕੋਈ ਗੱਲਬਾਤ ਨਹੀਂ ਕਰਦੇ, ਤਾਂ ਦੋਵੇਂ ਹੀ ਖੁਸ਼ਹਾਲ ਹਾਂ। ਮੈਂ ਬਹੁਤ ਸਾਰੇ ਮਸੀਹਾਂ ਨਾਲ ਗੱਲਬਾਤ ਕੀਤੀ, ਕੁਝ ਮਸੀਹੀ ਅਗੂਆਂ ਨਾਲ ਵੀ ਮੈਂ ਗੱਲਬਾਤ ਕੀਤੀ ਅਤੇ ਵੇਖਿਆ ਕਿ ਉਹ ਵੀ ਇਸੇ ਹੀ ਜਾਲ ਵਿੱਚ ਫਸੇ ਹੋਏ ਹਨ। ਆਪਣਾ ਨਿੱਜੀ ਜੀਵਨ ਬਤੀਤ ਕਰੋ। ਯਿਸੂ ਨੇ ਇਸ ਨੂੰ ਕਿੱਲਾਂ ਨਾਲ ਦੀਵਾਰ ਤੇ ਠੋਕ ਦਿੱਤਾ, ਉਹ ਇਸ ਦੀ ਇਜਾਜ਼ਤ ਨਹੀਂ ਦਿੰਦਾ। ਆਖਰੀ ਗੱਲ ਜੋ ਬੈਸਟਰ ਆਖਦਾ ਹੈ ਕਿ ਸਾਡੇ ਵਿਸ਼ਵਾਸ ਦਾ ਨਿੱਜੀਕਰਨ ਹੋ ਗਿਆ ਹੈ। ਕਲੀਸਿਆ ਤੇ ਰਾਜ ਦੇ ਬਾਰੇ ਅੱਜ ਦੇ ਦੁਸ਼ੀਹੇ ਇੰਜ ਵਿਆਖਿਆ ਕਰਦੇ ਹਨ ਕਿ ਧਰਮ ਨੂੰ ਲੋਕਾਂ ਦੇ ਜੀਵਨ ਵਿੱਚ ਕੰਮ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਪਿਛਾਂਹ ਨੂੰ ਚੱਲੋ ਅਤੇ ਲਿਖੀਆਂ ਹੋਈਆਂ ਗੱਲਾਂ ਪੜ੍ਹੋ ਜੋ ਸਾਨੂੰ ਬੇਵਜ੍ਹਾ ਦਖਲ ਕਰਨ ਤੋਂ ਬਚਾਉਂਦੀਆਂ ਹਨ। ਧਰਮ ਨਾ ਲੋਕਾਂ ਦੇ ਜੀਵਨ ਵਿੱਚ, ਨਾ ਸਰਕਾਰੀ ਕੰਮਕਾਜ ਵਿੱਚ ਦਖਲ ਕਰੇ ਅਤੇ ਨਾ ਹੀ ਸਰਕਾਰ ਧਰਮ ਵਿੱਚ ਦਖਲਬਾਜ਼ੀ ਕਰੇ। ਅੱਜ ਅਸੀਂ ਉਹਨਾਂ ਗੱਲਾਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਖਾਰਿਜ ਕਰ ਦਿੱਤਾ ਹੈ। ਕਲੀਸਿਆ ਅਤੇ ਰਾਜ ਦੇ ਅਲਗਾਓ ਦੇ ਬਾਰੇ ਲੋਕ ਜੋ ਖੁਸ਼ ਸਮਝਦੇ ਹਨ। ਸਕੂਲ ਵਿੱਚ ਪ੍ਰਾਰਥਨਾ ਨਾ ਕਰੋ, ਆਮ ਘਟਨਾਵਾਂ ਵਿੱਚ ਪ੍ਰਾਰਥਨਾ ਨਾ ਕਰੋ, ਆਮ ਇਮਾਰਤਾਂ ਉੱਤੇ ਕੁਦਰਤੀ ਚਿੰਨ੍ਹ ਨਾ ਲਗਾਓ, ਪਹਾੜ ਦੇ ਉੱਤੇ ਕਰੂਸ ਨਾ ਲਗਾਓ ਜਿਸ ਨੂੰ ਲੋਕੀ ਵੇਖ ਸਕਣ, ਕਿਉਂ ਜੋ ਇਹ ਸਭ ਕਲੀਸਿਆ ਅਤੇ ਰਾਜ ਦੇ ਵਿਰੁੱਧ ਹੈ।
ਜੇ ਅੱਜ ਉਹ ਲੋਕ ਜਿਨ੍ਹਾਂ ਨੇ ਇਹ ਨਿਯਮ ਬਣਾਏ ਸੀ ਆ ਕੇ ਅੱਜ ਦੀ ਤਸਵੀਰ ਵੇਖਣ, ਉਹ ਹੈਰਾਨ ਹੋ ਜਾਣਗੇ ਕਿ ਸਾਡੀ ਲਿਖਤ ਦਾ ਕੀ ਮਤਲਬ ਹੈ, ਅਸੀਂ ਕੀ ਚਾਹੁੰਦੇ ਸੀ ਔਰ ਅਸੀਂ ਕੀ ਵੇਖ ਰਹੇ ਹਾਂ। ਹੁਣ ਕੁਝ ਇਸ ਤਰ੍ਹਾਂ ਹੈ, ਜੇਕਰ ਤੁਸੀਂ ਮਸੀਹ ਬਣਨਾ ਚਾਹੁੰਦੇ ਹੋ ਤਾਂ ਬਣ ਸਕਦੇ ਹੋ, ਪਰ ਕਿਸੇ ਨੂੰ ਨਾ ਦੱਸਣਾ। ਤੁਸੀਂ ਬਾਈਬਲ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤਾਂ ਰੱਖ ਸਕਦੇ ਹੋ, ਪਰ ਇਸ ਉੱਪਰ ਕਬਰ ਚੜਾ ਕੇ ਰੱਖਣਾ ਤਾਂ ਕਿ ਕੋਈ ਨਾ ਸਮਝ ਸਕੇ ਕਿ ਇਹ ਕਿਹੜੀ ਕਿਤਾਬ ਹੈ। ਅਤੇ ਯਿਸੂ ਆਖਦਾ ਹੈ, ਇਹ ਕੋਈ ਤਰੀਕਾ ਨਹੀਂ ਹੈ। ਤੁਸੀਂ ਲੂਣ ਹੋ ਅਤੇ ਤੁਸੀਂ ਚਾਨਣ ਹੋ। ਆਓ ਇਸ ਬਾਰੇ ਗੱਲ ਕਰੀਏ। ਨੰਬਰ 1, ਬਚਾਏ ਜਾਣ ਦੀ ਸੇਵਕਾਈ। ਜਦ ਉਸ ਨੇ ਆਖਿਆ ਤੁਸੀਂ ਧਰਤੀ ਦੇ ਲੂਣ ਹੋ, ਇਸ ਦਾ ਕੀ ਅਰਥ ਸੀ? ਯਿਸੂ ਦੇ ਅਨੁਸਾਰ ਸਾਨੂੰ ਬਚਾਏ ਜਾਣ ਦੀ ਸੇਵਕਾਈ ਦਾ ਕੰਮ ਜਗਤ ਵਿੱਚ ਸੌਂਪਿਆ ਗਿਆ ਹੈ। ਆਓ ਅਸੀਂ ਆਖੀਏ ਕਿ ਅਸੀਂ ਮਛੇਰੇ ਹਾਂ ਜੋ ਕਿ ਯਿਸੂ ਦੇ ਚੇਲੇ ਸਨ। ਅਸੀਂ ਗਲੀਲ ਦੇ ਸਮੁੰਦਰ ਦੇ ਕਿਨਾਰੇ ਗਏ ਸੀ ਅਤੇ ਮੱਛੀਆਂ ਫੜ ਕੇ ਲਾਏ ਸੀ। ਇਹੋ ਹੀ ਸਾਡਾ ਪੇਸ਼ਾ ਹੈ, ਇਹੋ ਹੀ ਸਾਡਾ ਕੰਮ ਹੈ ਜੋ ਅਸੀਂ ਕਰਦੇ ਹਾਂ। ਇਸ ਤਰ੍ਹਾਂ ਹੀ ਸਾਡੇ ਜੀਵਨ ਦੀ ਰੋਜੀ ਰੋਟੀ ਚੱਲਦੀ ਹੈ। ਅਸੀਂ ਮੱਛੀਆਂ ਨੂੰ ਕਿਨਾਰੇ ਤੱਕ ਖਿੱਚ ਲਿਆਉਂਦੇ ਹਾਂ ਅਤੇ ਉਹਨਾਂ ਦੀ ਸਫਾਈ ਕਰਦੇ ਹਾਂ, ਕਿਉਂਕਿ ਉਹਨਾਂ ਨੂੰ ਸਮੁੰਦਰੀ ਜਹਾਜ਼ ਦੁਆਰਾ ਕਫਰਨਹੂਮ ਨੂੰ ਭੇਜਣਾ ਹੁੰਦਾ ਹੈ। ਉੱਥੇ ਪਹੁੰਚਣ ਤੱਕ ਕੁਝ ਦਿਨ ਲੱਗਦੇ ਹਨ। ਅਸੀਂ ਜਾਣਦੇ ਹਾਂ ਕਿ ਸੂਰਜ ਦੀ ਗਰਮੀ ਨਾਲ ਉਹ ਸੜ ਜਾਂਦੀਆਂ ਹਨ। ਇਸ ਲਈ ਮੱਛੀਆਂ ਦੇ ਉੱਤੇ ਲੂਣ ਲਾਇਆ ਜਾਂਦਾ ਹੈ ਅਤੇ ਮੱਛੀਆਂ ਨੂੰ ਲੂਣ ਵਿੱਚ ਹੀ ਪੈਕ ਕਰ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕੋਲ ਬਰਫ਼ ਨਹੀਂ ਹੁੰਦੀ। ਉਹ ਲੂਣ ਦਾ ਇਸਤੇਮਾਲ ਕਰਦੇ ਸੀ ਤਾਂ ਕਿ ਮੱਛੀਆਂ ਬਾਜ਼ਾਰ ਵਿੱਚ ਪਹੁੰਚਣ ਤੱਕ ਖਰਾਬ ਨਾ ਹੋ ਜਾਣ। ਹਰੇਕ ਜਿਸ ਨੇ ਸੁਣਿਆ ਕਿ ਯਿਸੂ ਨੇ ਆਖਿਆ ਤੁਸੀਂ ਧਰਤੀ ਦੇ ਲੂਣ ਹੋ, ਠੀਕ ਤਰ੍ਹਾਂ ਸਮਝ ਗਏ ਕਿ ਯਿਸੂ ਕੀ ਕਹਿਣਾ ਚਾਹੁੰਦਾ ਹੈ। ਉਹ ਆਖ ਰਿਹਾ ਹੈ, ਤੁਸੀਂ ਚੇਲੇ ਜਗਤ ਵਿੱਚ ਇਸ ਤਰ੍ਹਾਂ ਰੱਖੇ ਗਏ ਕਿ ਤੁਸੀਂ ਸਣ ਤੋਂ ਬਚੇ ਰਹੋ। ਪਰਮੇਸ਼ਰ ਦੇ ਲੋਕ ਜਗਤ ਵਿੱਚ ਇਸ ਕਰਕੇ ਰੱਖੇ ਗਏ ਤਾਂ ਕਿ ਭ੍ਰਸ਼ਟਾਚਾਰ ਜੋ ਚਾਰੇ ਪਾਸੇ ਫੈਲਿਆ ਹੈ ਉਸ ਉੱਤੇ ਰੋਕ ਲਗਾ ਸਕੇ। ਕਿ ਅਸੀਂ ਭ੍ਰਸ਼ਟ ਜਗਤ ਵਿੱਚ ਰਹਿ ਰਹੇ ਹਾਂ ਕਿ ਨਰਕ ਵਿੱਚ ਜਾ ਰਹੇ ਹਾਂ, ਜਿਸ ਤਰ੍ਹਾਂ ਆਖਿਆ ਜਾਂਦਾ ਹੈ। ਤੁਸੀਂ ਪੁੱਛੋ ਕਿ ਇਹ ਸੰਭਵ ਹੈ ਕਿ ਇਸ ਨੂੰ ਰੋਕਿਆ ਜਾਵੇ, ਕਿਤੇ ਦੇਰ ਨਾ ਹੋ ਜਾਵੇ? ਮੈਂ ਦੱਸਣਾ ਚਾਹੁੰਦਾ ਹਾਂ, ਇਹ ਪਰਮੇਸ਼ਰ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ, ਕਿਉਂ ਜੋ ਬਹੁਤ ਦੇਰ ਪਹਿਲਾਂ ਹੀ ਹੋ ਚੁੱਕੀ ਹੈ। ਮੈਂ ਇਸ ਗੱਲ ਤੇ ਸਹਿਮਤ ਹਾਂ। ਮੈਂ ਇੱਕ ਉਦਾਹਰਨ ਦੁਆਰਾ ਸਮਝਾਉਣਾ ਚਾਹੁੰਦਾ ਹਾਂ। ਤੁਸੀਂ ਕੀ ਸੋਚਦੇ ਹੋ ਕਿ ਇਹ ਹੋ ਜਾਵੇਗਾ ਜੇਕਰ ਮਸੀਹ ਨੂੰ ਉਹਦੀ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਜਾਵੇ? ਗਰਭਪਾਤ ਦੀ ਕੋਈ ਚਰਚਾ ਹੀ ਨਹੀਂ ਹੋਵੇਗੀ, ਕਿਉਂ ਜੋ ਇਹ ਜੀਵਨ ਦੀ ਆਮ ਗੱਲ ਹੋ ਜਾਵੇਗਾ। ਮਸੀਹੀ ਹਨ ਜੋ ਇਸ ਦੇ ਵਿਰੁੱਧ ਆਵਾਜ਼ ਉਠਾਉਂਦੇ ਹਨ। ਮਨੁੱਖ ਦੇ ਜੀਵਨ ਲਈ ਹਮੇਸ਼ਾ ਖੜੇ ਹੁੰਦੇ ਹਨ। ਨਵੇਂ-ਨਵੇਂ ਕਾਨੂੰਨ ਦੇ ਆੜੇ ਆਉਂਦੇ ਹਨ ਤਾਂ ਕਿ ਹਰੇਕ ਨੂੰ ਜ਼ਿਆਦਾ ਸਕੂਨ ਮਿਲ ਸਕੇ। ਜਦ ਉਹ ਮਾਸੂਮ ਬੱਚਿਆਂ ਦੀ ਹੱਤਿਆ ਕਰ ਰਹੇ ਹੁੰਦੇ ਹਨ ਤਾਂ ਮਸੀਹ ਲੋਕ ਇਸ ਦੇ ਵਿਰੁੱਧ ਖੜੇ ਹੋ ਜਾਂਦੇ ਹਨ। ਪਿਛਲੇ ਹਫ਼ਤੇ ਮੇਰੇ ਦਫ਼ਤਰ ਵਿੱਚ ਇੱਕ ਮੇਰਾ ਜਾਣਨ ਵਾਲਾ ਆਇਆ। ਅਸੀਂ ਕੁਝ ਦੂਜੀਆਂ ਗੱਲਾਂ ਉੱਤੇ ਗੱਲਬਾਤ ਕਰ ਰਹੇ ਸੀ ਤਾਂ ਉਸਨੇ ਮੈਨੂੰ ਇੱਕ ਪ੍ਰਸ਼ਨ ਪੁੱਛਿਆ। ਜਦੋਂ ਗੱਲਬਾਤ ਘੁਮਾ ਫਿਰਾ ਕੇ ਗਰਭਪਾਤ ਦੇ ਉੱਤੇ ਪਹੁੰਚੀ ਤਾਂ ਉਸਨੇ ਇਸ ਬਾਰੇ ਆਪਣੀ ਦਿਲਚਸਪੀ ਵਿਖਾਈ। ਹੋਰ ਵੀ ਬਹੁਤ ਸਾਰੇ ਲੋਕ ਜੋ ਮਨੁੱਖ ਜੀਵਨ ਨੂੰ ਬਚਾਉਣਾ ਚਾਹੁੰਦੇ ਹਨ ਹੁਣ ਆਖ ਰਹੇ ਹਨ, ਅਸੀਂ ਹੁਣ ਇਹ ਔਖਾ ਕੰਮ ਹੋਰ ਨਹੀਂ ਕਰਨਾ ਚਾਹੁੰਦੇ। ਅਸੀਂ ਧੀਰਜ ਰੱਖ ਕੇ ਇਸ ਗੱਲ ਤੋਂ ਪਿੱਛੇ ਹਟ ਗਏ ਹਾਂ, ਕਿਉਂ ਜੋ ਛੋਟੀ ਜਿਹੀ ਜਿੱਤ ਹਾਸਲ ਕਰਨਾ ਵੱਡੀ ਹਾਰ ਤੋਂ ਚੰਗਾ ਹੈ। ਹੁਣ ਉਹ ਗੱਲ ਸਮਝ ਰਹੇ ਹਨ ਅਤੇ ਆਸਾ ਕਰ ਰਹੇ ਹਨ ਕਿ ਉਹ ਠੀਕ-ਠੀਕ ਲੋਕਾਂ ਦੀ ਚੋਣ ਕਰਨ। ਮੈਂ ਸੋਚ ਸਕਦਾ ਹਾਂ ਕਿ ਗਲਤ ਕੰਮ ਕਰਨ ਨਾਲ ਕੁਝ ਅੱਛਾ ਨਹੀਂ ਹੋ ਸਕਦਾ। ਕਿਸੇ ਨਾ ਕਿਸੇ ਨੂੰ ਤਾਂ ਇਸ ਅਸੂਲ ਤੇ ਖੜਾ ਹੀ ਹੋਣਾ ਪਵੇਗਾ ਤਾਂ ਕਿ ਉਹ ਕਹਿ ਸਕੇ ਕਿ ਮਾਸੂਮ ਬੱਚਿਆਂ ਦੀ ਹੱਤਿਆ ਕਰਨਾ ਠੀਕ ਨਹੀਂ। ਕਿਸੇ ਨੂੰ ਤਾਂ ਇਸ ਗੱਲ ਤੇ ਖੜਾ ਹੀ ਹੋਣਾ ਪਵੇਗਾ ਇਹ ਕਹਿੰਦੇ ਹੋਏ ਕਿ ਇਹ ਗੱਲ ਗਲਤ ਹੈ। ਯਿਸੂ ਨੇ ਆਖਿਆ, ਅੱਜ ਦੇ ਸਮਾਜ ਵਿੱਚ ਬਚਾਓ ਦਾ ਇਹ ਕੰਮ ਮਸੀਹ ਲੋਕਾਂ ਦਾ ਹੈ। ਉਹ ਇਹ ਕੰਮ ਵਿਸ਼ਵਾਸੀਆਂ ਲਈ ਕਹਿ ਰਿਹਾ ਹੈ। ਜਗਤ ਵਿੱਚ ਜਾਓ ਅਤੇ ਬਚਾਉਣ ਵਾਲੇ ਬਣੋ। ਕੀ ਹੋਵੇਗਾ ਜਦ ਪ੍ਰਕਾਸ਼ ਦੀ ਪੋਥੀ ਵਿੱਚ ਬਿਆਨ ਗੱਲਬਾਤ ਸੱਤ ਹੋ ਜਾਵੇਗੀ? ਵੱਡਾ ਕਲੇਸ਼ ਧਰਤੀ ਉੱਤੇ 7 ਸਾਲ ਲਈ ਇੱਕ ਵੱਡਾ ਕਲੇਸ਼ ਆ ਰਿਹਾ ਹੈ, ਕਿਉਂ ਜੋ ਮਨੁੱਖ ਆਪਣਾ ਹੀ ਨਿਆਂ ਆਪਣੇ ਉੱਪਰ ਲੈਣਗੇ ਅਤੇ ਇਸ ਲਈ ਪਰਮੇਸ਼ਰ ਦਾ ਕ੍ਰੋਧ ਉਹਨਾਂ ਉੱਤੇ ਆ ਪਵੇਗਾ। ਪਰੰਤੂ ਇਸ ਦਾ ਇਹ ਨਤੀਜਾ ਨਹੀਂ ਹੋਵੇਗਾ। ਠੀਕ ਉਸੇ ਕਲੇਸ਼ ਤੋਂ ਪਹਿਲਾਂ ਬਹੁਤ ਖੁਸ਼ੀ ਅਤੇ ਉਤਸ਼ਾਹ ਦੀ ਘਟਨਾ ਘਟੇਗੀ। ਬਹੁਤ ਖੁਸ਼ੀ ਅਤੇ ਉਤਸ਼ਾਹ ਕੀ ਹੈ? ਖੁਸ਼ੀ ਅਤੇ ਚਰਮ ਆਨੰਦ ਇਹ ਹੋ ਜਾਂਦਾ ਹੈ ਪਰਮੇਸ਼ਰ ਦੇ ਸਾਰੇ ਬੰਦੇ ਜੋ ਧਰਤੀ ਉੱਤੇ ਹੋਣਗੇ ਇਕੱਠੇ ਕਰਕੇ ਪਰਮੇਸ਼ਰ ਕੋਲ ਯਿਸੂ ਨਾਲ ਰਹਿਣ ਵਾਸਤੇ ਚੁੱਕ ਲਿੱਤੇ ਜਾਣਗੇ। ਜਦ ਸਾਰੇ ਮਸੀਹ ਚਲੇ ਜਾਣਗੇ ਤਾਂ ਸਭ ਕੁਝ ਨਰਕ ਹੋ ਜਾਵੇਗਾ, ਕਿਉਂ ਜੋ ਲੂਣ ਨਹੀਂ ਰਹੇਗਾ। ਜੋ ਬਚਾਉਣ ਵਾਲਾ ਸੀ ਉਹ ਚਲਾ ਗਿਆ ਹੈ। ਅੱਜ ਦੇ ਇਸ ਜਗਤ ਵਿੱਚ ਜੇ ਮਸੀਹ ਬਚਾਉਣ ਦਾ ਅਵਸਰ ਤੋਂ ਹਟ ਜਾਣ ਤਾਂ ਅਸੀਂ ਸਮਾਜ ਵਿੱਚ ਸਣ ਹੀ ਸਣ ਵੇਖਾਂਗੇ। ਕਈ ਵਾਰ ਅਸੀਂ ਉਹਨਾਂ ਗੱਲਾਂ ਲਈ ਚਿੰਗਾੜਦੇ ਹਾਂ ਜੋ ਗਲਤ ਹਨ। ਅਸੀਂ ਜ਼ੋਰ ਦੇ ਦੇ ਕੇ ਆਖਦੇ ਹਾਂ ਕਿ ਇਹ ਗੱਲਾਂ
ਇੰਨੀਆਂ ਗਲਤ ਹਨ, ਪਰ ਇਹ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਪਰਛਾਈ। ਜੇ ਅਸੀਂ ਜ਼ਿੰਮੇਵਾਰੀ ਨਾਲ ਆਪਣੇ ਆਪ ਨੂੰ ਜਗਤ ਵਿੱਚ ਲੂਣ ਸਮਝ ਕੇ ਕੰਮ ਕਰੀਏ ਤਾਂ ਇਸ ਝੂਠ ਤੇ ਕਦੇ ਵਿਸ਼ਵਾਸ ਨਹੀਂ ਹੋ ਸਕਦਾ ਕਿ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਹੀ ਮਸੀਹ ਕਹਾ ਸਕਦੇ ਹੋ, ਅਤੇ ਨਾ ਹੀ ਬਿਨਾਂ ਕਿਸੇ ਚੀਜ਼ ਨੂੰ ਛੂਏ ਬੁਰੀ ਦਿਸ਼ਾ ਤੋਂ ਬਚ ਜਾਵੇਗੀ। ਮੈਂ ਕਈ ਵਾਰ ਲੋਕਾਂ ਨੂੰ ਇਹ ਸ਼ਿਕਾਇਤ ਕਰਦੇ ਸੁਣਦਾ ਹਾਂ ਕਿ ਅਸੀਂ ਇਸ ਦੁਸ਼ਟ ਜਗਤ ਵਿੱਚ ਰਹਿ ਰਹੇ ਹਾਂ ਜੋ ਭ੍ਰਿਸ਼ਟ ਹੋ ਚੁੱਕਾ ਹੈ। ਤਦ ਮੈਂ ਪਰਮੇਸ਼ਰ ਦੀ ਆਵਾਜ਼ ਇਸ ਤਰ੍ਹਾਂ ਕਹਿੰਦੇ ਹੋਏ ਸੁਣਦਾ ਹਾਂ, ਕਿਉਂ ਨਹੀਂ? ਉਹ ਲੂਣ ਕਿੱਥੇ ਹੈ ਜਿਸ ਦੀ ਜ਼ਰੂਰਤ ਹੈ, ਜੋ ਇਸ ਜਗਤ ਨੂੰ ਸੜ ਗਿਆ ਅਤੇ ਭ੍ਰਸ਼ਟ ਹੋ ਚੁੱਕਾ ਹੈ ਬਚਾ ਸਕਦਾ ਹੈ। ਮੈਂ ਅੱਜ ਸਭ ਨੂੰ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਿਸ ਤਰੀਕੇ ਦਾ ਇਨਸਾਨ ਬਣ ਕੇ ਕਿਸ ਮਾਹੌਲ ਵਿੱਚ ਇਸ ਜਗਤ ਵਿੱਚ ਰਹਿ ਰਹੇ ਹਾਂ, ਜਿੱਥੇ ਸਾਨੂੰ ਬਹੁਤ ਬਦਲਾਅ ਲਿਆਉਣਾ ਪਵੇਗਾ। ਕੋਈ ਤੁਹਾਨੂੰ ਇਹ ਨਾ ਕਹਿ ਪਾਏ ਕਿ ਆਪਣੇ ਧਰਮ ਨੂੰ ਆਪਣੇ ਲਈ ਹੀ ਨਿੱਜੀ ਬਣਾਓ। ਜੇ ਤੁਸੀਂ ਇੱਕ ਚੰਗੇ ਮਸੀਹੀ ਬਣ ਸਕੋ ਤਾਂ ਫਿਰ ਇਸ ਗੱਲ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਕਿ ਤੁਸੀਂ ਕੌਣ ਹੋ ਔਰ ਕੀ ਕਰ ਰਹੇ ਹੋ। ਨਹੀਂ ਤਾਂ ਤੁਸੀਂ ਅਸਲ ਬਿਮਾਰੀ ਨੂੰ ਅਜੇ ਸਮਝ ਨਹੀਂ ਸਕੇ। ਮਸੀਹਤ ਛੁਪਾਉਣ ਨਾਲ ਛੁਪ ਨਹੀਂ ਸਕਦੀ। ਜਦ ਯਿਸੂ ਨੇ ਵੀ ਇਸ ਗੱਲ ਉੱਤੇ ਕਰੜਾ ਜ਼ੋਰ ਦਿੱਤਾ, ਜਦ ਉਸ ਨੇ ਆਖਿਆ, ਜੇ ਲੂਣ ਬੇਸਵਾਦਾ ਹੋ ਜਾਵੇ ਤਾਂ ਕਿਸ ਵਿਧ ਸਲੂਣਾ ਕੀਤਾ ਜਾਵੇਗਾ। ਉਹ ਫਿਰ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਜਾਏ ਅਤੇ ਮਨੁੱਖਾਂ ਦੇ ਪੈਰਾਂ ਥੱਲੇ ਮਿੱਤਿਆ ਜਾਏ। ਬੇਸਵਾਦਾ ਲੂਣ ਕਿਸੇ ਕੰਮ ਦਾ ਨਹੀਂ। ਕੀ ਇਹ ਗੱਲ ਠੀਕ ਨਹੀਂ ਹੈ? ਤੁਸੀਂ ਉਸ ਲੂਣ ਨੂੰ ਕਿਵੇਂ ਲੈ ਸਕਦੇ ਹੋ ਜਿਹੜਾ ਬੇਸਵਾਦਾ ਹੈ? ਸਾਡੇ ਅੱਜ ਦੇ ਮਾਹੌਲ ਵਿੱਚ ਸੋਡੀਅਮ ਕਲੋਰਾਈਡ ਨੂੰ ਸ਼ਾਇਦ ਹੀ ਤੋੜਿਆ ਜਾ ਸਕੇ। ਇਸ ਮਿਸ਼ਰਣ ਨੂੰ ਅੱਡ ਕਰਨਾ ਬਹੁਤ ਔਖਾ ਹੈ। ਕੀ ਇਹੋ ਹੀ ਗੱਲ ਨਹੀਂ ਜੋ ਯਿਸੂ ਦੇ ਸਮੇਂ ਵਿੱਚ ਸੀ? ਯਿਸੂ ਦੇ ਸਮੇਂ ਵਿੱਚ ਜਿਸ ਲੂਣ ਦੇ ਬਾਰੇ ਉਹ ਕਹਿ ਰਹੇ ਸੀ, ਉਹ ਤਾਂ ਸੋਡੀਅਮ ਕਲੋਰਾਈਡ ਅਤੇ ਕਈ ਹੋਰ ਕੈਮੀਕਲ ਦਾ ਮਿਸ਼ਰਣ ਸੀ, ਕਿਉਂਕਿ ਸੋਡੀਅਮ ਕਲੋਰਾਈਡ ਬਹੁਤ ਹੀ ਜ਼ਿਆਦਾ ਘੁਲਣਸ਼ੀਲ ਹੈ, ਆਸਾਨੀ ਨਾਲ ਬਾਰਿਸ਼ ਵਿੱਚ ਘੁਲ ਜਾਂਦਾ ਹੈ। ਇਹ ਉਹ ਲੂਣ ਹੈ ਜੋ ਘੁਲ ਕੇ ਸੜਕ ਦੀ ਮਿੱਟੀ ਹੀ ਬਣ ਜਾਂਦਾ ਹੈ। ਤੂਫਾਨੀ ਬਾਰਿਸ਼ ਵਿੱਚ ਪਾਣੀ ਲੂਣ ਦੀਆਂ ਮੋਰੀਆਂ ਵਿੱਚ ਜਾ ਕੇ ਸੋਡੀਅਮ ਕਲੋਰਾਈਡ ਨੂੰ ਸਾਫ਼ ਕਰ ਦਿੰਦਾ ਹੈ, ਤਾਂ ਕੁਝ ਵੀ ਉਹਦੇ ਬਾਅਦ ਨਹੀਂ ਬਚਦਾ ਅਤੇ ਚਿੱਟੇ ਡਲੇ ਹੀ ਰਹਿ ਜਾਂਦੇ ਹਨ, ਜਿਨ੍ਹਾਂ ਵਿੱਚ ਕੋਈ ਸਵਾਦ ਨਹੀਂ ਰਹਿ ਜਾਂਦਾ। ਯਿਸੂ ਨੇ ਆਖਿਆ, ਜੇ ਇੱਕ ਮਸੀਹੀ ਜਗਤ ਵਿੱਚ ਆਪਣੀ ਗਵਾਹੀ ਨਹੀਂ ਰੱਖਦਾ ਤੇ ਉਹ ਨਹੀਂ ਚਾਹੁੰਦਾ ਕਿ ਉਹ ਆਪਣੇ ਆਪ ਨੂੰ ਪ੍ਰਗਟ ਕਰੇ ਕਿ ਉਹ ਕੌਣ ਹੈ ਅਤੇ ਕੀ ਵਿਸ਼ਵਾਸ ਕਰਦਾ ਹੈ, ਉਹ ਤਾਂ ਉਸ ਲੂਣ ਵਾਂਗੂ ਹੈ ਜੋ ਆਪਣਾ ਸਵਾਦ ਖਤਮ ਕਰ ਚੁੱਕਾ ਹੈ। ਹੁਣ ਉਹਨਾਂ ਤੀਵੀਆਂ ਤੋਂ ਪੁੱਛੋ ਕਿ ਤੁਸੀਂ ਜਗਤ ਵਿੱਚ ਉਸ ਡਲੇ ਨਾਲ ਕੀ ਕਰੋਗੇ ਜੋ ਲੂਣ ਨਜ਼ਰ ਆਉਂਦਾ ਹੈ ਪਰ ਉਸ ਵਿੱਚ ਲੂਣ ਦਾ ਸਵਾਦ ਨਹੀਂ। ਕੀ ਤੁਸੀਂ ਉਸ ਨੂੰ ਆਪਣੇ ਘਰ ਵਿੱਚ ਰੱਖਣਾ ਪਸੰਦ ਕਰੋਗੇ? ਨਹੀਂ, ਕਦੇ ਵੀ ਨਹੀਂ, ਕਿਉਂਕਿ ਉਸ ਵਿੱਚ ਉਹ ਸਵਾਦ ਹੀ ਨਹੀਂ ਹੈ ਜੋ ਹੋਣਾ ਚਾਹੀਦਾ ਹੈ। ਯਿਸੂ ਨੇ ਕਿਹਾ, ਇਹ ਇੱਕ ਕਰੜੀ ਗੱਲ ਹੈ। ਜੇ ਮਸੀਹ ਲੋਕ ਇਸ ਤਰ੍ਹਾਂ ਆਪਣੇ ਜੀਵਨ ਜਿਉਣ ਚਾਹੁੰਦੇ ਹਨ, ਲੋਕਾਂ ਨੂੰ ਨਾ ਪਤਾ ਲੱਗੇ ਕਿ ਉਹ ਕੌਣ ਹਨ ਅਤੇ ਕੀ ਵਿਸ਼ਵਾਸ ਕਰਦੇ ਹਨ, ਤਾਂ ਉਹਨਾਂ ਦਾ ਮਸੀਹ ਹੋਣਾ ਵਿਅਰਥ ਹੈ। ਉਹ ਨਹੀਂ ਜਾਣਦੇ ਕਿ ਅਨੰਤ ਕਾਲ ਦਾ ਜੀਵਨ ਪਾਉਣ ਵਾਸਤੇ ਕਿੱਧਰ ਜਾ ਰਹੇ ਹਨ। ਉਹ ਮਸੀਹ ਤਾਂ ਆਪਣੇ ਆਪ ਨੂੰ ਸਮਝਦੇ ਹਨ, ਪਰ ਉਹ ਲੂਣ ਦੇ ਉਸ ਡਲੇ ਵਾਂਗੂ ਹਨ, ਪਰ ਉਸ ਵਿੱਚ ਲੂਣ ਦਾ ਸਵਾਦ ਨਹੀਂ ਹੈ। ਮੈਨੂੰ ਯਾਦ ਹੈ, ਕੁਝ ਸਮੇਂ ਪਹਿਲੇ ਮੈਂ ਇੱਕ ਆਦਮੀ ਦੀ ਕਹਾਣੀ ਪੜ੍ਹੀ ਜਿਹਨੇ ਆਪਣੇ ਕਾਰੋਬਾਰ ਦੇ ਸਥਾਨ ਤੇ ਛੁਟਕਾਰਾ ਪਾਇਆ ਸੀ। ਕੁਝ ਲੋਕਾਂ ਦਾ ਛੁਟਕਾਰਾ ਕ੍ਰਾਂਤੀਕਾਰੀ ਤਜਰਬਾ ਹੁੰਦਾ ਹੈ। ਮੈਂ ਮਹਿਸੂਸ ਕੀਤਾ ਹੈ ਕਈ ਵਾਰ ਇਹ ਆਦਮੀ ਦੇ ਵਿਅਕਤੀਤਵ ਦੇ ਅਨੁਸਾਰ ਕੰਮ ਕਰਦਾ ਹੈ। ਤੁਸੀਂ ਇੱਕ ਜੋਸ਼ੀਲੇ ਮਨੁੱਖ ਨੂੰ ਵੇਖੋ ਜਿਸ ਨੇ ਛੁਟਕਾਰਾ ਪਾਇਆ ਹੈ ਤਾਂ ਉਹ ਜੋਸ਼ ਨਾਲ ਭਰਿਆ ਮਸੀਹ ਬਣ ਜਾ ਰਿਹਾ ਹੈ। ਕੁਝ ਐਸੇ ਲੋਕ ਜੋ ਛੁਟਕਾਰਾ ਪਾਉਂਦੇ ਹਨ ਪਰ ਉਹ ਅੰਤ ਤੱਕ ਸ਼ਾਂਤ ਹੀ ਰਹਿੰਦੇ ਹਨ। ਇਹਨਾਂ ਨੂੰ ਠੰਡੇ ਮਸੀਹ ਆਖਦੇ ਹਨ। ਇਹੋ ਜਿਹੇ ਜ਼ਿਆਦਾ ਲੋਕ ਛੁਟਕਾਰਾ ਪਾਉਂਦੇ ਹਨ। ਜਦ ਉਸਨੇ ਛੁਟਕਾਰਾ ਪਾਇਆ, ਉਸਨੇ ਆਪਣੇ ਉਹਨਾਂ ਦੋਸਤਾਂ ਦੇ ਬਾਰੇ ਸੋਚਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਨਾਲ ਆਪਣੇ ਜੀਵਨ ਵਿੱਚ ਕੰਮ ਕਰਦਿਆ ਰਿਹਾ। ਅਜੇ 2 ਹਫ਼ਤੇ ਹੀ ਛੁਟਕਾਰਾ ਪਾਏ ਹੋਏ ਸੀ ਕਿ ਉਸਨੇ ਸੋਚਿਆ, ਮੈਂ ਉਸ ਨੂੰ ਯਿਸੂ ਬਾਰੇ ਦੱਸਾਂਗਾ। ਉਸਨੇ ਮਿਲਣ ਦਾ ਸਮੇਂ ਤੈਅ ਕੀਤਾ ਤੇ ਉਹਨਾਂ ਨਾਲ ਦੁਪਹਿਰ ਦੇ ਖਾਣੇ ਲਈ ਗਿਆ। ਉਹ ਨਹੀਂ ਜਾਣਦਾ ਸੀ ਕਿ ਇਹ ਸਭ ਕਿਸ ਤਰ੍ਹਾਂ ਕਰੇ, ਪਰ ਉਹ ਜੋ ਠੀਕ ਸਮਝਦਾ ਸੀ ਉਸਨੇ ਕੀਤਾ। ਉਸਨੇ ਆਪਣੇ ਹੌਸਲੇ ਨੂੰ ਵਧਾਇਆ ਔਰ ਆਖਿਆ ਕਿ ਉਸ ਦੇ ਨਾਲ ਕਿਸ ਤਰ੍ਹਾਂ ਕੀ ਹੋਇਆ। ਉਸਨੇ ਆਖਿਆ, ਮੈਂ ਮਸੀਹ ਨੂੰ ਸਵੀਕਾਰ ਕਰ ਲਿਆ ਹੈ। ਆਓ ਮੈਂ ਤੁਹਾਨੂੰ ਦੱਸਾਂ ਕਿ ਮਸੀਹ ਨੇ ਮੇਰੇ ਲਈ ਕੀ ਕੁਝ ਕੀਤਾ। ਉਸ ਦੇ ਦੋਸਤ ਨੇ ਆਖਿਆ, ਮੈਨੂੰ ਇਹ ਸੁਣ ਕੇ ਬਹੁਤ ਹੀ ਖੁਸ਼ੀ ਹੋਈ। ਮੈਂ ਵੀ ਕਈ ਸਾਲਾਂ ਤੋਂ ਮਸੀਹੀ ਹਾਂ। ਉਸ ਆਦਮੀ ਨੂੰ ਚਾਹੀਦਾ ਸੀ ਕਿ ਜੋਸ਼ ਨਾਲ ਉਸ ਦੀ ਖੁਸ਼ੀ ਨੂੰ ਬਾਹਰ ਲੈ ਕੇ ਆਵੇ, ਜਿਸ ਨੇ ਉਸ ਨੂੰ ਇਸ ਤਰ੍ਹਾਂ ਆਖਿਆ। ਮੇਰਾ ਮਤਲਬ ਹੈ ਆਪਣੇ ਚਿਹਰੇ ਦੁਆਰਾ ਚੁਕਾਉਂਦਿਆਂ ਹੋਇਆ ਉਸ ਦੇ ਅੰਦਰੂਨੀ ਜਜ਼ਬਾਤ ਨੂੰ ਜਗਾਉਣਾ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅਸੀਂ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਲੂਣ ਦੇ ਬਾਰੇ ਸਿੱਖ ਰਹੇ ਸੀ। ਮੱਤੀ ਦੀ ਅੰਜੀਲ ਦੇ 5ਵੇਂ ਅਧਿਆਇ ਦੀ 13 ਆਇਤ ਦੇ ਵਿੱਚ ਲਿਖਿਆ ਹੈ,
ਪ੍ਰਭੂ ਯਿਸੂ ਜੀ ਆਪਣੇ ਚੇਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਇਸ ਧਰਤੀ ਦੇ ਲੂਣ ਹੋ। ਜੇ ਲੂਣ ਬੇਸਵਾਦਾ ਹੋ ਜਾਏ ਤਾਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਨਮਕੀਨ ਕਰੋਗੇ। ਅੱਜ ਦੇ ਇਸ ਆਧੁਨਿਕ ਸਮਾਜ ਦੇ ਵਿੱਚ ਸਭ ਕੁਝ ਬਦਲਦਾ ਜਾ ਰਿਹਾ। ਬਹੁਤ ਵਾਰ ਕਿਹਾ ਜਾਂਦਾ ਹੈ ਕਿ ਤੁਹਾਡਾ ਵਿਸ਼ਵਾਸ ਤੁਹਾਡਾ ਆਪਣਾ ਵਿਸ਼ਵਾਸ ਹੈ ਅਤੇ ਤੁਹਾਨੂੰ ਇਸ ਨੂੰ ਕਿਸੇ ਦੂਜੇ ਨੂੰ ਦੱਸਣ ਦੀ ਲੋੜ ਨਹੀਂ ਹੈ। ਡਗ ਬੈਟਸਨ ਨੇ ਇਸ ਤਰ੍ਹਾਂ ਦੇ ਵਿਸ਼ਵਾਸ ਨੂੰ ਨਿੱਜੀ ਧਰਮ ਕਿਹਾ ਅਤੇ ਉਹਨੇ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਪਨਪਣ ਦੇ ਕੁਝ ਕਾਰਨ ਦੱਸੇ, ਜੋ ਕਿ ਇਸ ਪ੍ਰਕਾਰ ਹਨ। ਪਹਿਲਾ ਕਾਰਨ ਸ਼ਿਲਪ ਵਿਗਿਆਨ, ਵਿਕਰੀ ਵੱਟਾ ਬਾਜ਼ਾਰ ਅਤੇ ਪ੍ਰਚਾਰ ਪ੍ਰਸਾਰ ਨੇ ਲੋਕਾਂ ਦੇ ਜੀਵਨ ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਕੈਦ ਕਰ ਲਿਆ। ਦੂਜਾ ਕਾਰਨ ਇੱਕ ਇਨਸਾਨ ਇਹ ਵਿਚਾਰ ਕਰਦਾ ਹੈ ਜਾਂ ਮੰਨ ਲੈਂਦਾ ਹੈ ਕਿ ਉਹਦੇ ਆਪਣੇ ਵਿਚਾਰਾਂ ਦੇ ਨਾਲ ਹੀ ਪਰਮੇਸ਼ਰ ਕੰਮ ਕਰੇਗਾ, ਜੋ ਕਿ ਸਹੀ ਨਹੀਂ ਹੈ। ਅਤੇ ਤੀਜਾ ਕਾਰਨ ਆਪਸੀ ਹਟ ਧਰਮੀ ਦੇ ਸੰਬੰਧਾਂ ਦਾ ਬੋਲਬਾਲਾ। ਪਰ ਦੋਸਤੋ, ਅਸੀਂ ਇਹੋ ਜਿਹਾ ਜੀਵਨ ਨਹੀਂ ਜੀ ਸਕਦੇ, ਕਿਉਂਕਿ ਜਦੋਂ ਪਰਮੇਸ਼ਵਰ ਇਹ ਕਹਿੰਦਾ ਹੈ ਕਿ ਤੁਸੀਂ ਇਸ ਧਰਤੀ ਦੇ ਲੂਣ ਹੋ, ਤਾਂ ਉਹ ਅਸਲ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਤੁਸੀਂ ਹੀ ਹੋ ਜੋ ਇਸ ਧਰਤੀ ਦੇ ਲੋਕਾਂ ਨੂੰ ਬਚਾ ਸਕਦੇ ਹੋ। ਇਹ ਬਚਾਏ ਜਾਣ ਦੀ ਸੇਵਾ ਹੈ। ਇਹ ਵਿਸ਼ਵਾਸ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ। ਦੋਸਤੋ, ਇਸ ਗੱਲ ਦੇ ਬਾਰੇ ਜਰਾ ਸੋਚੋ, ਜੇਕਰ ਮਸੀਹੀ ਲੋਕ ਇਸ ਧਰਤੀ ਤੇ ਨਾ ਹੋਣ ਤਾਂ ਇਸ ਸੰਸਾਰ ਦਾ ਕੀ ਹੋਏਗਾ। ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ, ਸਾਨੂੰ ਸੰਪਰਕ ਕਰਕੇ ਜ਼ਰੂਰ ਦੱਸਣਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ ਅਤੇ ਇਸੇ ਵਿਸ਼ੇ ਦੇ ਉੱਤੇ ਹੋਰ ਵਿਸਤਾਰ ਦੇ ਨਾਲ ਚਰਚਾ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ, ਦਿਆਲੂ, ਕਿਰਪਾਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ। ਪ੍ਰਭੂ ਜੀ, ਤੁਸੀਂ ਸਾਨੂੰ ਸਾਡਾ ਮਹੱਤਵ ਸਮਝਾਇਆ। ਤੁਸੀਂ ਸਾਨੂੰ ਦੱਸਿਆ ਕਿ ਅਸੀਂ ਇਸ ਸੰਸਾਰ ਦੇ ਲਈ ਲੂਣ ਹਾਂ, ਔਰ ਤੁਸੀਂ ਸਾਨੂੰ ਦੱਸਿਆ ਕਿ ਜਿਸ ਤਰ੍ਹਾਂ ਲੂਣ ਬਹੁਤ ਸਾਰੀ ਚੀਜ਼ਾਂ ਨੂੰ ਬਚਾ ਕੇ ਰੱਖਦਾ ਹੈ, ਉਹਨਾਂ ਨੂੰ ਖਰਾਬ ਹੋਣ ਤੋਂ ਬਚਾ ਸਕਦਾ ਹੈ। ਪਿਤਾ ਪਰਮੇਸ਼ਰ, ਅਸੀਂ ਵੀ ਇਸ ਸੰਸਾਰ ਦੇ ਲੋਕਾਂ ਨੂੰ ਭ੍ਰਿਸ਼ਟ ਹੋਣ ਤੋਂ ਬਚਾ ਸਕਦੇ ਹਾਂ, ਉਹਨਾਂ ਨੂੰ ਉਹਨਾਂ ਦੀ ਪਾਪ ਦੀ ਗੁਲਾਮੀ ਤੋਂ ਬਾਹਰ ਕੱਢ ਸਕਦੇ ਹਾਂ। ਪਿਤਾ ਪਰਮੇਸ਼ਰ, ਇਸ ਜ਼ਿੰਮੇਵਾਰੀ ਦੇ ਲਈ ਤੁਸੀਂ ਜੋ ਸਾਨੂੰ ਅੱਜ ਅਹਿਸਾਸ ਕਰਵਾਇਆ, ਉਸ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਇਸ ਵਚਨ ਦੇ ਅਨੁਸਾਰ ਬਹੁਤ ਸਾਰੀ ਬਰਕਤ ਮਿਲੇ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।